बहुत जी बड़ी खुशी है और सानू फोन आ रहे हैं क्योंकि असी भी मैं भी गया सी 10 मार्च ਨੂੰ ਜਿਹੜੀ ਪਹਿਲੀ ਰੈਲੀ ਵੱਡੀ ਹੋਈ ਹੈ ਉਹ 'ਚ 10 ਮਾਰਚ ਮੈਂ ਗਿਆ ਸੀ ਉੱਥੇ ਕੋਲਕਾਤਾ ਔਰ ਸਾਨੂੰ ਫੋਨ ਆ ਰਹੇ ਨੇ ਉਹਨਾਂ ਨੇ ਕਿਹਾ ਵੀ ਤੁਹਾਡੀ ਮਿਹਨਤ ਨੂੰ ਬੂਰ ਪਿਆ। ਮੈਂ ਕਹੂੰਗਾ ਸਾਡੀ ਨਹੀਂ, ਇਹ ਪੂਰੇ ਦੇਸ਼ ਦੇ ਕਿਸਾਨ ਦੀ ਮਿਹਨਤ ਨੂੰ ਬੂਰ ਪਿਆ ਜਿਹੜੇ ਅੰਦੋਲਨ 'ਚ ਬੈਠੇ ਨੇ। ਸਾਡੇ ਸਾਰੇ ਕਿਸਾਨ ਸਾਰੇ ਹੀ ਆਗੂ ਜਿੰਨੇ ਸੰਯੁਕਤ ਮੋਰਚੇ ਦੇ ਨੇ ਇਹ ਸਾਡੇ ਸੰਯੁਕਤ ਮੋਰਚੇ ਦੀ ਮਿਹਨਤ ਨੂੰ ਬੂਰ ਪਿਆ क्योंकि इन्हों का टारगेट सी वैस्ट बंगाल बीजेपी का। उत्थे इन्होंने पूरा तंत्र लगाता। नरेंद्र मोदी उत्थे प्रधानमंत्री देश का, गृह मंत्री उत्थे, इन्हों के होर स्टेटां दे मुख मंत्री उत्थे, पूरा तन मन धन सारा ही लाता बीजेपी ने। पर यह कहता सी अमित शाह के 200 तो पार जावांगे। अज इन्हों के मूँह ते चपेड़ मारी आ करा दी लोगों ने। ਹੁਣ ਇਹਨਾਂ ਨੂੰ ਆ ਜਿਹੜੇ ਤਿੰਨੋਂ ਹੀ ਖੇਤੀ ਕਾਨੂੰਨ ਜਿਹੜੇ ਇਹਨਾਂ ਨੇ ਲਿਆਂਦੇ ਨੇ ਇਹ ਰੱਦ ਕਰਕੇ MSP ਦੇ ਲਿਖਤ ਗਰੰਟੀ ਦੇ ਕੇ ਸੁੱਖ ਸ਼ਾਂਤੀ ਨਾਲ ਘਰੇ ਭੇਜਣਾ ਚਾਹੀਦਾ ਕਿਸਾਨਾਂ ਨੂੰ। ਜੇ ਨਹੀਂ ਤਾਂ ਫਿਰ 2022 ਚ ਹੁਣ ਤਿਆਰ ਹੋ ਜਾਣ। ਹੁਣ ਯੂਪੀ ਵੱਲ ਵਧਾਂਗੇ ਤੇ 22 ਦੇ ਵਿੱਚ ਯੂਪੀ ਚੋਂ ਇਹਨਾਂ ਦਾ ਸਫਾਇਆ ਕਰਾਂਗੇ। ਅੱਜ ਜੇ ਦੇਸ਼ ਦੇ ਕਿਸਾਨ ਦੇ ਅੱਗੇ ਝੁਕਦਾ ਹੈ ਤੇ ਇਹ ਕਹਿਣ ਨੂੰ ਹੋਊਗੀ ਗੱਲ ਵੀ ਜਿਹੜਾ ਨਰਿੰਦਰ ਮੋਦੀ ਅੱਜ ਤੱਕ ਕਿਸੇ ਮੋਰੇ ਨਹੀਂ ਚੁੱਕਿਆ, ਆਪਣੇ ਦੇਸ਼ ਦੇ ਕਿਸਾਨ ਨੂੰ ਸਲਾਮ ਕਰਦੇ ਹੋਏ ਉਹਦੇ ਮੂਹਰੇ ਚੁੱਕਿਆ ਤੇ ਸਾਰੇ ਕਿਸਾਨ ਆਪਣੀ ਝੋਲੀ 'ਚ ਪਾ ਲਵੇ। ਪਰ ਉਹ ਮੇਰੇ ਖਿਆਲ ਦੇ ਵਿੱਚ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਹੁਣ ਉਹਨਾਂ ਦੀ बीजेपी ਦੀ ਜਿਹੜੀ ਬੁੱਧੀ ਉਹਨਾਂ ਦੇ ਵਿਪਰੀਤ ਚੱਲ ਰਹੀ ਹੈ ਤੇ ਉਹਨਾਂ ਦਾ ਵਿਨਾਸ਼ ਕਾਲ ਆਉਣੇ ਵਾਲਾ। ਥੋੜੀ ਦੇਰ ਰੁਕੋ, 2022 ਤੱਕ ਹੋਰ ਅਗਲੀ 24 ਤੱਕ ਬਿਲਕੁਲ ਪੂਰੇ ਭਾਰਤ 'ਚੋਂ BJP ਦਾ ਸਫਾਇਆ ਹੋ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ। ਸਿੰਘੂ ਬਾਰਡਰ ਤੇ ਕਿਸਾਨਾਂ ਵੱਲੋਂ ਲੱਡੂ ਵੰਡੇ ਜਾ ਰਹੇ ਨੇ। ਖੁਸ਼ੀ ਦਾ ਮਾਹੌਲ ਆ ਕਿਉਂਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਰੱਦ ਕਰਾਉਣ ਦੇ ਸਿਲਸਿਲੇ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਬੰਗਾਲ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀਗਾ BJP ਦੇ ਖਿਲਾਫ ਕਿ BJP ਨੂੰ ਵੋਟ ਨਾ ਦਿੱਤੀ ਜਾਵੇ, ਦੇਸ਼ ਵਿਰੋਧੀ ਸਰਕਾਰ ਆ। ਅੱਜ ਉਸ ਸਰਕਾਰ ਨੂੰ ਉਹ ਪ੍ਰਚਾਰ ਦਾ ਜਵਾਬ ਆ ਜਿਹੜਾ ਮਿਲ ਗਿਆ। ਸਾਡੇ ਨਾਲ ਮਨਜੀਤ ਰਾਏ ਜੀ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬੰਗਾਲ 'ਚ ਜੋ ਰਿਜ਼ਲਟ ਆਏ ਨੇ? ਕੀ ਲੱਗ ਰਿਹਾ ਜਿਹੜੇ ਆਗੂ ਗਏ ਸੀਗੇ ਉਹਦਾ ਨਤੀਜਾ ਅੱਜ ਦੇਖਣ ਨੂੰ ਮਿਲ ਰਿਹਾ ਹੈ? ਬਹੁਤ ਜੀ ਬੜੀ ਖੁਸ਼ੀ ਹੈ ਔਰ ਸਾਨੂੰ ਫੋਨ ਆ ਰਹੇ ਆ ਕਿਉਂਕਿ ਅਸੀਂ ਵੀ ਮੈਂ ਵੀ ਗਿਆ ਸੀ 10 ਮਾਰਚ ਨੂੰ ਜਿਹੜੀ ਪਹਿਲੀ ਰੈਲੀ ਵੱਡੀ ਹੋਈ ਹੈ ਉਹ 'ਚ 10 ਮਾਰਚ ਮੈਂ ਗਿਆ ਸੀ ਉੱਥੇ ਕੋਲਕਾਤਾ ਔਰ ਸਾਨੂੰ ਫੋਨ ਆ ਰਹੇ ਨੇ। ਉਹਨਾਂ ਨੇ ਕਿਹਾ ਵੀ ਤੁਹਾਡੀ ਮਿਹਨਤ ਨੂੰ ਬੂਰ ਪਿਆ। ਮੈਂ ਕਹੂੰਗਾ ਸਾਡੀ ਨਹੀਂ, ਇਹ ਪੂਰੇ ਦੇਸ਼ ਦੇ ਕਿਸਾਨ ਦੀ ਮਿਹਨਤ ਨੂੰ ਬੂਰ ਪਿਆ ਜਿਹੜੇ ਅੰਦੋਲਨ 'ਚ ਬੈਠੇ ਨੇ। ਸਾਡੇ ਸਾਰੇ ਕਿਸਾਨ ਸਾਰੇ ਹੀ ਆਗੂ ਜਿੰਨੇ ਸੰਯੁਕਤ ਮੋਰਚੇ ਦੇ ਨੇ ਇਹ ਸਾਡੇ ਸੰਯੁਕਤ ਮੋਰਚੇ ਦੀ ਮਿਹਨਤ ਨੂੰ ਬੂਰ ਪਿਆ। ਸਾਰਿਆਂ ਨੇ ਇੱਥੇ ਪਲਾਨ ਕਰਕੇ ਮਿਹਨਤ ਦੇ ਨਾਲ ਵੀ ਆਪਾਂ ਜਾਣਾ ਔਰ ਉੱਥੇ ਕਿਉਂਕਿ ਇਹਨਾਂ ਦਾ ਟਾਰਗੇਟ ਸੀ ਵੈਸਟ ਬੰਗਾਲ BJP ਦਾ। ਉੱਥੇ ਇਹਨਾਂ ਨੇ ਪੂਰਾ ਤੰਤਰ ਲਗਾਤਾ। ਨਰਿੰਦਰ ਮੋਦੀ ਉੱਥੇ ਪ੍ਰਧਾਨ ਮੰਤਰੀ ਦੇਸ਼ ਦਾ, ਗ੍ਰਹਿ ਮੰਤਰੀ ਉੱਥੇ, ਇਹਨਾਂ ਦੇ ਹੋਰ ਸਟੇਟਾਂ ਦੇ ਮੁੱਖ ਮੰਤਰੀ ਉੱਥੇ, ਪੂਰਾ ਤਨ ਮਨ ਧਨ ਸਾਰਾ ਹੀ ਲਾਤਾ BJP ਨੇ। ਪਰ ਇਹ ਕਹਿੰਦਾ ਸੀ ਅਮਿਤ ਸ਼ਾਹ ਕੇ 200 ਤੋਂ ਪਾਰ ਜਾਵਾਂਗੇ। ਅੱਜ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ ਕਰਾ ਦੀ ਲੋਕਾਂ ਨੇ, ਆਮ ਵਰਗ ਦੇ ਲੋਕਾਂ ਨੇ ਕਿ ਅਸੀਂ ਦੇਸ਼ ਦੇ ਅੰਨਦਾਤਾ ਦੇ ਨਾਲ, ਦੇਸ਼ ਦੇ ਕਿਸਾਨ ਦੇ ਨਾਲ। ਔਰ ਇਹ ਗੱਲ ਜਿਹੜੀ ਹੈ ਇਹ BJP ਨੂੰ ਹੁਣ ਸਬਕ ਲੈਣਾ ਚਾਹੀਦਾ, ਸਿੱਖ ਲੈਣਾ ਚਾਹੀਦਾ ਕਿ ਘੱਟ ਤੋਂ ਘੱਟ ਹੁਣ ਇਹਨਾਂ ਨੂੰ ਆ ਜਿਹੜੇ ਤਿੰਨੋਂ ਹੀ ਖੇਤੀ ਕਾਨੂੰਨ ਜਿਹੜੇ ਇਹਨਾਂ ਨੇ ਲਿਆਂਦੇ ਨੇ ਇਹ ਰੱਦ ਕਰਕੇ MSP ਦੇ ਲਿਖਤ ਗਰੰਟੀ ਦੇ ਕੇ ਸੁੱਖ ਸ਼ਾਂਤੀ ਨਾਲ ਘਰੇ ਭੇਜਣਾ ਚਾਹੀਦਾ ਕਿਸਾਨਾਂ ਨੂੰ। ਜੇ ਨਹੀਂ ਤਾਂ ਫਿਰ 2022 ਚ ਹੁਣ ਤਿਆਰ ਹੋ ਜਾਣ। ਹੁਣ ਯੂਪੀ ਵੱਲ ਵਧਾਂਗੇ ਤੇ 22 ਦੇ ਵਿੱਚ ਯੂਪੀ ਚੋਂ ਇਹਨਾਂ ਦਾ ਸਫਾਇਆ ਕਰਾਂਗੇ ਕਿਉਂਕਿ ਵੱਡੀ ਜਿਹੜੀ ਜਦੋਂ ਸਰਕਾਰ ਬਣਦੀ ਹੈ ਕੇਂਦਰ ਦੀ ਤੇ ਵੱਡਾ ਰੋਲ ਅਦਾ ਹੁੰਦਾ ਯੂਪੀ ਦਾ ਕਿਉਂਕਿ ਸਭ ਤੋਂ ਵੱਡੀ ਸਟੇਟ ਹੈ। 80 ਸੀਟਾਂ ਨੇ ਉੱਥੇ MP ਦੀਆਂ। ਸੋ ਜਦੋਂ ਅਸੀਂ ਉੱਥੋਂ ਇਹਦਾ ਸਫਾਇਆ ਕਰਤਾ ਨਾ ਇਹਨਾਂ ਨੂੰ BJP ਦੀ ਹੁਣ ਉੱਥੇ ਮੌਕਾ ਸਰਕਾਰ ਵੀ ਹੈ। ਜਦੋਂ ਇਹਨਾਂ ਨੂੰ ਭਜਾ ਦਿੱਤਾ ਅਸੀਂ 2022 ਚ ਮੌਕੇ ਦੀ ਸਰਕਾਰ ਤੋੜਤੀ ਤਾਂ ਫਿਰ ਇਹਨੂੰ BJP ਨੂੰ ਅਕਲ ਆ ਜਾਏਗੀ ਕਿ ਭਾਈ ਅਸੀਂ ਤਾਂ ਇਹਨਾਂ ਦੀ ਜ਼ਮੀਨ ਖੋਣ ਤੁਰੇ ਸੀ, ਨਹੀਂ ਰਾਜਨੀਤਿਕ ਜ਼ਮੀਨ ਸਾਡੀ ਖੋਲੀ। ਸੋ ਇਸ ਕਰਕੇ ਇਹ ਹੁਣ ਸਬਕ ਲੈ ਕੇ ਇਹਨਾਂ ਨੂੰ ਹੁਣੇ ਹੀ ਕਿਸਾਨਾਂ ਨੂੰ ਸੁੱਖ ਸ਼ਾਂਤੀ ਨਾਲ। ਨਾਲੇ ਹੁਣ ਕਰੋਨਾ ਦਾ ਬੜਾ ਇਸ ਵੇਲੇ ਭਰਮਾਰ ਹੈ ਦਿੱਲੀ ਦੇ ਵਿੱਚ ਤੇ ਇਸ ਵੇਲੇ ਸਰਕਾਰ ਕੋਲ ਮੌਕਾ ਹੈ ਕਿ ਕਰੋਨਾ ਦੇ ਨਾਂ ਤੇ ਮੈਂ ਤਾਂ ਇੱਕ ਦਿਨ ਵਾਈਟ 'ਚ ਕਿਹਾ ਸੀ ਕਿ ਦੇਸ਼ ਦੇ ਅੰਨਦਾਤਾ, ਦੇਸ਼ ਦੇ ਕਿਸਾਨ ਤੇ ਦੇਸ਼ ਦੇ ਜਵਾਨ ਨੂੰ ਸਿਰ ਝੁਕਾਉਂਦੇ ਹੋਏ ਬਈ ਇਹ ਮੈਂ ਕਾਨੂੰਨ ਵਾਪਸ ਲੈਣਾ। ਇਹ 'ਚ ਕਿਤੇ ਕੋਈ ਐਵੇਂ ਇਹ ਬਣਾ ਕੇ ਬਹਿ ਗਿਆ ਜਿੱਦ ਆਪਣੀ ਪ੍ਰੈਸਟੀਜ ਬਣਾ ਲਈ ਇਹਨਾਂ ਨੇ ਨਰਿੰਦਰ ਮੋਦੀ ਨੇ। ਮੈਂ ਕਹਿੰਦਾ ਅੱਜ ਜੇ ਦੇਸ਼ ਦੇ ਕਿਸਾਨ ਦੇ ਅੱਗੇ ਝੁਕਦਾ ਹੈ ਤਾਂ ਇਹ ਕਹਿਣ ਨੂੰ ਹੋਊਗੀ ਗੱਲ ਵੀ ਜਿਹੜਾ ਨਰਿੰਦਰ ਮੋਦੀ ਅੱਜ ਤੱਕ ਕਿਸੇ ਮੋਰੇ ਨਹੀਂ ਚੁੱਕਿਆ, ਆਪਣੇ ਦੇਸ਼ ਦੇ ਕਿਸਾਨ ਨੂੰ ਸਲਾਮ ਕਰਦੇ ਹੋਏ ਉਹਦੇ ਮੂਹਰੇ ਚੁੱਕਿਆ ਤੇ ਸਾਰੇ ਕਿਸਾਨ ਆਪਣੀ ਝੋਲੀ 'ਚ ਪਾ ਲਵੇ। ਪਰ ਉਹ ਮੇਰੇ ਖਿਆਲ ਦੇ ਵਿੱਚ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਹੁਣ ਉਹਨਾਂ ਦੀ BJP ਦੀ ਜਿਹੜੀ ਬੁੱਧੀ ਉਹਨਾਂ ਦੇ ਵਿਪਰੀਤ ਚੱਲ ਰਹੀ ਹੈ ਤੇ ਉਹਨਾਂ ਦਾ ਵਿਨਾਸ਼ ਕਾਲ ਆਉਣੇ ਵਾਲਾ। ਥੋੜੀ ਦੇਰ ਰੁਕੋ, 2022 ਤੱਕ ਹੋਰ ਅਗਲੀ 24 ਤੱਕ ਬਿਲਕੁਲ ਪੂਰੇ ਭਾਰਤ 'ਚੋਂ BJP ਦਾ ਸਫਾਇਆ ਹੋ ਜਾਊਗਾ ਜੀ। ਕੀ ਲੱਗ ਰਿਹਾ ਹੈ? ਕਾਫੀ ਟਾਈਮ ਤੋਂ ਗਰਮੀ ਵੀ ਬਹੁਤ ਸੀਗੀ। ਅੱਜ ਉਧਰ BJP ਦੀਆਂ ਵੀ ਗੋਡੀਆਂ ਲੱਗੀਆਂ ਨੇ ਤੇ ਸੂਰਜ ਨੇ ਵੀ ਥੋੜੀ ਬਹੁਤੀ ਨਰਮਾਈ ਦਿਖਾਈ ਹੈ। ਅੱਜ ਜਿਹੜੇ ਸੜਕਾਂ ਤੇ ਬੈਠੇ ਕਿਸਾਨ ਸੀਗੇ ਉਹ ਵੀ ਬਾਹਰ ਚਹਿਲ ਪਹਿਲ ਹੋਈ ਪਈ ਆ।
ਵੇਖੋ ਮੈਂ ਸਮਝਦਾ ਖੁਸ਼ਨੁਮਾ ਮਾਹੌਲ ਹੈ ਜਦੋਂ ਦਾ ਇਹ ਰੁਝਾਨ ਚੱਲੇ ਸਵੇਰ ਦੇ। ਜਿਹੜੇ ਸਾਡੇ ਪੰਜਾਬ 'ਚ ਬੈਠੇ ਨੇ ਵੀਰ, ਹਰਿਆਣੇ 'ਚ ਬੈਠੇ ਨੇ, ਉੱਥੋਂ ਫੋਨ ਆ ਰਹੇ ਨੇ ਮੈਨੂੰ। ਸਭ ਤੋਂ ਪਹਿਲਾਂ ਸਾਡੇ ਪਾਣੀਪਤ ਟੋਲ ਤੇ ਜਿਹੜੇ ਹਰਿਆਣੇ ਵਾਲੇ ਕਿਸਾਨ ਵੀਰ ਨੇ, ਹਾਲਾਂਕਿ ਉਹ ਸਾਡੇ ਕੋਲ ਪੁਰਾਣੇ ਵਾਕਫ ਨਹੀਂ ਸਨ, ਉੱਥੋਂ 2-3 ਵਾਰ ਲੰਘੇ, ਲੰਗਰ ਛਕਿਆ ਤਾਂ ਸਾਡੇ ਵਾਕਫ ਹੋ ਗਏ। ਉਹਨਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਫੋਨ ਤੇ ਕਿ ਰਾਜ ਸਾਹਿਬ ਬਹੁਤ ਵਧਾਈਆਂ ਤੁਹਾਨੂੰ। ਔਰ ਉਹਨਾਂ ਨੇ ਕਿਹਾ ਅਸੀਂ ਸ਼ਾਮ ਨੂੰ ਢੋਲ ਵਜਾਉਣੇ ਨੇ। ਔਰ ਹੁਣੇ ਚੁੰਨੀ ਸਾਹਿਬ ਦਾ ਬਿਆਨ ਆਇਆ ਕਿ ਸ਼ਾਮ ਨੂੰ ਦੀਵੇ ਜਗਾਉਣੇ ਨੇ। ਮੈਂ ਕਹਾਂਗਾ ਆਸਤਬਾਜ਼ੀਆਂ ਚੱਲਣਗੀਆਂ ਸ਼ਾਮ ਨੂੰ। ਔਰ ਇਹ ਖੁਸ਼ਨੁਮਾ ਮਾਹੌਲ ਬਣਿਆ, ਲੋਕਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਕਿ ਇਹ ਬੀਜੇਪੀ ਦੀ ਜਿਹੜੀ ਹਾਰ ਹੈ ਉਹਨਾਂ ਸਟੇਟਾਂ 'ਚ, ਕਿਉਂਕਿ ਇੱਥੋਂ ਦੂਰ ਦੀਆਂ ਸਟੇਟਾਂ, ਜਦੋਂ ਇੱਥੋਂ ਜਾਣਾ ਤੇ ਸਾਨੂੰ 8-8000 9-9000 ਟਿਕਟ ਖਰਚ ਕੇ ਜਾਣਾ ਪਿਆ ਕਿਸਾਨਾਂ ਨੂੰ ਉੱਥੇ ਭਈ ਪ੍ਰਚਾਰ ਕਰਨ ਵਾਸਤੇ। ਦੂਰ ਸੀਗੇ ਜਿਹੜੇ ਕਿਸਾਨ ਇੱਥੇ ਆ ਨਹੀਂ ਸੀ ਸਕਦੇ। ਅੱਜ ਉਹ ਵੀ ਕਿਸਾਨਾਂ ਨੇ ਦੱਸਤਾ ਵੀ ਅਸੀਂ ਦੇਸ਼ ਦੇ ਕਿਸਾਨ ਦੇ ਨਾਲ ਖੜੇ ਹਾਂ। ਜਿਹੜਾ ਨਰਿੰਦਰ ਮੋਦੀ ਕਹਿੰਦਾ ਸੀ ਵੀ ਪੰਜਾਬ ਤੇ ਹਰਿਆਣੇ ਵਾਲੀ ਹੈ, ਅੱਜ ਉਹਨੂੰ ਇਹ ਸਬਕ ਲੈਣਾ ਚਾਹੀਦਾ ਕਿ ਬੰਗਾਲ ਦਾ, ਕੇਰਲ ਦਾ, ਜਿੱਥੇ ਵੀ ਇਹ ਮਤਲਬ ਲਾ ਲਓ ਦੇਸ਼ ਦੇ ਕਿਸੇ ਕੋਨੇ 'ਚ ਵੀ ਉਹ ਕਿਸਾਨ ਤੇ ਮਜ਼ਦੂਰ ਦੇਸ਼ ਦੇ ਇਸ ਅੰਦੋਲਨ ਦੇ ਨਾਲ ਨੇ, ਦੇਸ਼ ਦੇ ਕਿਸਾਨ ਦੇ ਨਾਲ ਨੇ, ਸੰਯੁਕਤ ਮੋਰਚੇ ਦੇ ਨਾਲ ਨੇ। ਜੇ ਉੱਥੇ ਬੀਜੇਪੀ ਦੀ ਜਿੱਤ ਹੁੰਦੀ, ਲੱਗਦਾ ਹੈ ਕਿ ਉਹ ਇੱਥੇ ਪ੍ਰੈਸ਼ਰ ਬਣਾਉਂਦੇ ਕਿਸਾਨਾਂ ਨੂੰ ਵੀ ਠਾਲਣ ਦੇ ਲਈ, ਕਿਉਂਕਿ ਹੰਕਾਰ ਉਹਨਾਂ ਦਾ ਹੋਰ ਵਧਣਾ ਸੀਗਾ। ਨਹੀਂ, ਉਹ ਠਾਲਣ ਠੁੱਲਣ ਵਾਲੀ ਗੱਲ ਤਾਂ ਭੁੱਲ ਜਾਣ। ਇਹਨਾਂ ਨੂੰ ਨਹੀਂ ਹੁਣ ਠਾਲ ਸਕਦੇ। ਇਹ ਉੱਠਣ ਲਈ ਆਏ ਨਹੀਂ, ਮਰਤੇ ਜਾਣਗੇ, ਐ ਨਹੀਂ ਮੁੜਨਗੇ। ਇਹ ਕਲੀਅਰ ਕੱਟ ਬੀਜੇਪੀ ਨੂੰ ਵੀ ਹੁਣ ਪਤਾ ਹੈ ਕਿ ਕੁਛ ਨਾ ਕੁਛ ਤਾਂ ਇਹਨਾਂ ਨੂੰ ਦੇ ਕੇ ਮੋੜਨਾ ਪਊ, ਐ ਨਹੀਂ ਮੁੜਦੇ। ਇਹ ਕੌਮ ਦੇ ਹਿੱਸੇ ਆਇਆ ਕਿ ਇਹ ਕੌਮ ਜਦੋਂ ਅੱਗੇ ਵੱਧ ਜਾਂਦੀ ਕਦੇ ਪਿੱਛੇ ਨਹੀਂ ਮੁੜਦੀ। ਸੋ ਇਹ ਕਿਸਾਨ ਹੈ ਦੇਸ਼ ਦਾ ਕਿਸਾਨ ਹਮੇਸ਼ਾ ਉਹਨੇ ਆਪਣੇ ਤੇ ਹਰ ਸੰਤਾਪ ਹੰਡਾਇਆ। ਉਹਦੀ ਫਸਲ ਮਰ ਜਾਂਦੀ ਹੈ, ਤੁਸੀਂ ਵੇਖੋ, ਉਹ ਕਦੇ ਨਿਰਾਸ਼ਾ 'ਚ ਨਹੀਂ ਜਾਂਦਾ। ਉਹਦੀ ਫਸਲ ਗੜੇ ਪੈਂਦੇ ਨੇ, ਹੜ੍ਹ ਆਉਂਦੇ ਨੇ, ਉਹ ਫਸਲ ਸਾਰੀ ਉਹਦੀ ਬਹਿ ਜਾਂਦੀ ਆ, ਉਹ ਫਿਰ ਉੱਠਦਾ, ਫਿਰ ਖੇਤ ਵਾਹੁੰਦਾ, ਫਿਰ ਨਵੇਂ ਸਿਰੋਂ ਬੀਜ ਪਾਉਂਦਾ, ਫਿਰ ਆਸ਼ਾ ਕਰਦਾ ਕਿ ਮੇਰੇ ਪਰਿਵਾਰ ਦੀ ਰੋਜੀ ਰੋਟੀ ਇਹ 'ਚੋਂ। ਤੇ ਬੜੇ ਸਿਰੜ ਵਾਲਾ ਹੈ ਕਿਸਾਨ। ਔਰ ਇਸ ਸਿਰੜੀ ਕਿਸਾਨ ਨੂੰ ਉਹ ਕਦੇ ਇੰਜ ਨਹੀਂ ਮੋੜ ਸਕਦੇ। ਇਹ ਭੁਲੇਖਾ ਹੈ ਉਹਨਾਂ ਨੂੰ, ਇਹ ਐਂ ਨਹੀਂ ਮੁੜ ਕੇ ਜਾਊਗੇ। ਇਹ ਕਾਨੂੰਨ ਵਾਪਸ ਕਰਾ ਕੇ ਜਾਣਗੇ। ਹੁਣ ਵੀ ਬੀਜੇਪੀ ਨੂੰ ਸਬਕ ਲੈ ਲੈਣਾ ਚਾਹੀਦਾ ਵੀ ਭਾਈ ਹੁਣੇ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਕਰੋ ਤੇ ਇਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ 'ਚ। ਬੀਜੇਪੀ ਸਬਕ ਲਊਗੀ, ਕੋਈ ਇਹਦੇ ਤੇ ਚਰਚਾ ਹੋਊਗੀ, ਫਿਰ ਦੁਬਾਰੇ ਕਿਸਾਨਾਂ ਪ੍ਰਤੀ ਕੋਈ ਗੱਲਬਾਤ ਸਟਾਰਟ ਹੋਊਗੀ। ਕਾਫੀ ਟਾਈਮ ਤੋਂ ਬੰਦ ਪਈ ਸੀਗੀ ਜਿਹੜੀ ਚਰਚਾ ਸੀਗੀ। ਮੈਂ ਕਹਿੰਦਾ ਮਾਲਕ ਸਦਬੁੱਧੀ ਦੇਵੇ। ਮੈਂ ਤਾਂ ਪਹਿਲਾਂ ਕਿਹਾ ਵੀ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ। ਉਹਨਾਂ ਦੀ ਬੁੱਧੀ ਉਹਨਾਂ ਦੇ ਵਿਪਰੀਤ ਹੋਈ ਹੋਆ। ਬੀਜੇਪੀ ਦਾ ਵਿਨਾਸ਼ ਕਾਲ ਹੈ ਇਸ ਵੇਲੇ। ਪੂਰੇ ਭਾਰਤ 'ਚੋਂ ਇਹਨਾਂ ਦਾ ਸੁਕੜਾ ਸਾਫ਼ ਹੋ ਜਾਣਾ ਹੈ। ਪਰ ਮੈਂ ਫਿਰ ਵੀ ਅਰਦਾਸ ਕਰਦਾ ਹੈ ਵਾਹਿਗੁਰੂ ਇਹਨੂੰ, ਨਰਿੰਦਰ ਮੋਦੀ ਨੂੰ, ਅਮਿਤ ਸ਼ਾਹ ਨੂੰ, ਇਹ ਸਾਰੀ ਠੱਗਾਂ ਦੀ ਟੋਲੀ ਨੂੰ ਕੋਈ ਚੰਗੀ ਬੁੱਧੀ ਦੇ, ਕੋਈ ਇਹਨੂੰ ਸਮੱਤ ਬਖਸ਼, ਤਾਂ ਕਿ ਇਹ ਦੇਸ਼ ਦੇ ਅੰਦਾਤਾ ਦੀ ਗੱਲ ਸੁਣੇ ਔਰ ਇਹ ਕਾਨੂੰਨ ਵਾਪਸ ਕਰੇ ਤਾਂ ਜਿਹੜਾ ਦੇਸ਼ ਦਾ ਕਿਸਾਨ ਆ ਉਹ ਆਪਣੇ ਬੱਚਿਆਂ 'ਚ ਘਰ ਖੁਸ਼ਨੁਮਾ ਮਾਹੌਲ 'ਚ ਜਾ ਕੇ ਰਵੇ। ਜੀ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਜਿਹੜੇ ਰਿਜ਼ਲਟ ਆਏ ਨੇ? ਮੈਂ ਜਤਿੰਦਰ ਸਿੰਘ ਸ਼ੀਨਾ, ਸੂਬਾ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ ਜੀ। ਅੱਜ ਦੇ ਜਿਹੜੇ ਰਿਜ਼ਲਟ ਆ ਉਹਨਾਂ ਨੇ ਇੱਕ ਬਹੁਤ ਹੀ ਸ਼ੁਭ ਸੰਕੇਤ ਜਿਹੜਾ ਉਹ ਦਿੱਤਾ ਹੈ ਜੀ। ਦੇਸ਼ ਦੇ ਇਤਿਹਾਸ ਦੇ ਅੰਦਰ ਇੱਕ ਗੱਲ ਬੜੀ ਫੈਸਲਾਕੁੰਨ ਜਿਹੜੀ ਉਹ ਸਿੱਧ ਹੁੰਦੀ ਰਹੀ ਆ ਵੀ ਪੰਜਾਬ ਤੇ ਬੰਗਾਲ ਇਹ ਦੇਸ਼ ਦੀ ਧਾਰਾ ਨੂੰ ਜਿਹੜਾ ਉਹ ਨਿਰਧਾਰਤ ਕਰਦੇ ਆ। ਪੰਜਾਬੀ ਜਿਹੜੇ ਆ, ਸਾਰਾ ਪੁਰਾਣਾ ਪੰਜਾਬ ਜਿਹੜਾ ਅੱਜ ਕਿਸਾਨ ਅੰਦੋਲਨ 'ਚ ਕੁੱਦਿਆ ਹੋਇਆ ਹੈ। ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਕੁੱਦਿਆ ਹੋਇਆ। ਸਰਕਾਰ ਦਾ ਜਿਹੜਾ ਬੀਜੇਪੀ RSS ਦਾ ਏਜੰਡਾ ਸੀਗਾ ਲੋਕਾਂ ਨੂੰ ਪਾੜਨ ਦਾ, ਉਹਨੂੰ ਇਸ ਅੰਦੋਲਨ ਨੇ ਜਿਹੜਾ ਉਹ ਇਕੱਠੇ ਕੀਤੇ ਆ। ਸਾਰੀ ਜਿਹੜੀ ਇਹ ਵੰਡੀਆਂ ਪਾਈਆਂ ਜਾ ਰਹੀਆਂ ਸੀ, ਅੱਜ ਇਸ ਅੰਦੋਲਨ ਨਾਲ ਸਾਰੀਆਂ ਵੰਡੀਆਂ ਜਿਹੜੀਆਂ ਉਹ ਮਿਟੀਆਂ ਨੇ। ਔਰ ਅੱਜ ਬੰਗਾਲੀਆਂ ਨੇ ਬੀਜੇਪੀ ਦੇ ਵਿਰੁੱਧ ਵੋਟ ਕਰਕੇ ਬੀਜੇਪੀ ਨੂੰ ਹਰਾ ਕੇ ਉਹਦੇ ਮਨਸ਼ੇ ਜਿਹੜੇ ਸੀ ਉਹਨਾਂ ਨੂੰ ਖੂੰਜੇ ਲਾਇਆ ਉਹਨਾਂ ਨੇ। ਤੇ ਇਹ ਗੱਲ ਉਹਨਾਂ ਨੇ ਕਹਿਤੀ ਆ ਵੀ ਪੰਜਾਬ ਤੇ ਬੰਗਾਲ ਜਿਹੜੇ ਆ ਹੁਣ ਦੋਵੇਂ ਇਕੱਠੇ ਹੋ ਕੇ ਤੁਰਨਗੇ। ਔਰ ਇਹ ਗੱਲ ਜਿਹੜੀ ਆ ਇਹ ਸਾਡੇ ਦੇਸ਼ ਲਈ ਬਹੁਤ ਹੀ ਸ਼ੁਭ ਸੰਕੇਤ ਆ। ਸਾਡੇ ਅੰਦੋਲਨ ਲਈ ਬਹੁਤ ਵੱਡਾ ਸ਼ੁਭ ਸੰਕੇਤ ਆ। ਇਹ ਗੱਲ ਜਿਹੜੀ ਇਹ ਅੱਜ ਜੋ ਨਤੀਜੇ ਆਏ ਨੇ ਉਹ ਬਹੁਤ ਖੁਸ਼ਨੁਮਾ ਨੇ। ਉਹਨਾਂ ਇੱਕ ਦੇਸ਼ ਦਾ ਪੁਰਾਣਾ ਇਤਿਹਾਸਕ ਜਿਹੜਾ ਸੁਮੇਲ ਸੀ ਪੰਜਾਬ ਤੇ ਬੰਗਾਲ ਦਾ, ਜਿਹੜੀ ਗੱਲ ਸਾਡੇ ਕਿਸਾਨਾਂ ਨੇ ਜਾ ਕੇ ਗੱਲ ਕਹੀ ਵੀ ਆਪਾਂ ਆਜ਼ਾਦੀ ਦੀ ਲੜਾਈ 'ਚ ਇਕੱਠੇ ਬੰਗਾਲੀ ਤੇ ਪੰਜਾਬੀ ਇਕੱਠੇ ਲੜੇ ਆ, ਤੇ ਅੱਜ ਪੰਜਾਬੀ ਜਿਹੜੇ ਨੇ ਉਹ ਇਸ ਅੰਦੋਲਨ ਦੇ ਵਿੱਚ ਲੜ ਰਹੇ ਨੇ ਤੇ ਬੰਗਾਲੀਆਂ ਨੂੰ ਵੀ ਇਸ ਅੰਦੋਲਨ ਦੀ ਹਮਾਇਤ ਕਰਨੀ। ਉਹਨਾਂ ਨੇ ਆਪਣਾ ਜਿਹੜਾ ਕਿਸਾਨਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਕਰ ਦਿੱਤਾ। ਜੀ ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਇੱਥੇ ਬੀਬੀਆਂ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ। ਹਾਂਜੀ ਬੇਬੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਦੀ ਫਤਿਹ। ਕੀ ਨਾਮ ਹੈ ਜੀ?
ਮੇਰਾ ਨਾਂ ਤਾਂ ਹਰਵੰਸ ਕੌਰ ਆ ਪੁੱਤ। ਫਿਰ ਅੱਜ ਦੇ ਸਮੇਂ ਦੀ ਆਂਦੇ ਆ ਪੜ੍ਹੇ ਲਿਖੇ ਆ ਕੇ ਗੱਲ ਕਰੋ, ਤੇ ਮੈਂ ਤਾਂ ਅਗਲੀ ਗੱਲ ਹੀ ਸੋਚਦੀ ਆ ਵੀ ਹੁਣ ਅੱਜ ਤੋਂ ਹੀ ਇਹਨੂੰ ਮੱਤ ਆਉਣੀ ਚਾਹੀਦੀ ਹੈ ਥੋੜੀ ਘਣੀ ਹੈ। ਬਹੁਤ ਸਾਡੇ ਪੁੱਤਾਂ ਨੂੰ ਭਰਾਵਾਂ ਨੂੰ ਰੋਲਿਆ, ਤੇ ਇਹ ਸਾਡੇ ਬੱਚਿਆਂ ਨੇ ਵੇਖ ਲਾ ਵੀ ਕਿਵੇਂ ਸੜਕਾਂ ਤੇ ਅੱਜ ਤੋਂ ਇਹਨੂੰ ਮੱਤ ਆ ਜੇ। ਹੁਣ ਇਹ ਜਿੱਤਦਾ ਹੈ ਨਹੀਂਗਾ ਹੈ, ਤੇ ਅੱਜ ਤੋਂ ਜਿਹੜੀ ਹਾਰ ਪਏਗੀ ਇਹਦੇ ਮੂੰਹ ਤੇ ਚਪੇੜੇ ਹੀ ਪੈ ਗਏ, ਤੇ ਹੁਣ ਅੱਜ ਤੋਂ ਇਹ ਥੋੜਾ ਜਿਹਾ ਸਮਝ ਜਾਵੇ ਤੇ ਸਾਡੇ ਬੱਚਿਆਂ ਨੂੰ ਘਰੇ ਘੱਲੇ। ਤੇ ਕਹਿੰਦੇ ਸੀ 200 ਸੀਟਾਂ ਲੈ ਕੇ ਜਾਵਾਂਗੇ। ਕਾਨੂੰਨ ਵਾਪਸ ਕਰ ਦੇ ਵਿੱਚ, ਕਾਲੇ ਕਾਨੂੰਨ ਰੱਦ ਕਰਕੇ ਸਾਨੂੰ ਤੋਰੇ ਘਰੋਂ ਘਰੀ। ਬਹੁਤ ਵੇਖ ਲਾ ਸੋਟੀਆਂ ਲੈ ਕੇ ਪੰਜਵਾਂ ਗੇੜਾ ਸਾਡਾ। ਇਹ ਉਹਨੂੰ ਕੁਛ ਸ਼ਰਮ ਨਹੀਂ ਚਾਹੀਦੀਗੀ ਵੀ ਮਾਈਆਂ ਵੀ ਕਿਵੇਂ ਆਉਂਦੀਆਂ, ਭਰਾ ਕਿਵੇਂ ਆਉਂਦੇ ਆ, ਕਿਵੇਂ ਬੱਚੇ ਛੱਡਿਆ, ਕਿਵੇਂ ਵਿਚਾਰੇ ਬੈਠੇ ਆ। ਇਹ ਗੁਰੂ ਗੋਬਿੰਦ ਸਿੰਘ ਦੀ ਅਣਸ ਬਣਸਾਂ, ਮਰ ਜਾਾਂਗੇ ਪਰ ਇਹ ਡੋਲਣ ਦੇ ਵਿੱਚੋਂ ਅਸੀਂ ਵਿਛਾਣਾ ਹਟਾਂਗੇ। ਮਰਨਾ ਮਨਜ਼ੂਰ ਆ, ਮਰਨ ਤੋਂ ਸਾਨੂੰ ਕੋਈ ਡਰ ਨਹੀਂ ਲੱਗਦਾ। ਸਾਡੇ ਗੁਰੂ ਨੂੰ ਡਰ ਲੱਗਿਆ ਨਹੀਂ ਤੇ ਸਾਨੂੰ ਲੱਗਣਾ ਨਹੀਂ, ਕਿਉਂ ਗੁਰੂ ਨੇ ਸਾਡੇ ਨੇ ਵਾਅਦਾ ਕਿਸੇ ਤੇ ਪਹਿਲਾਂ ਕੀਤਾ ਨਹੀਂ, ਅਸੀਂ ਕਰਨਾ ਨਹੀਂ, ਮਗਰੋਂ ਹਟਣਾ ਨਹੀਂ। ਜੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ ਬੀਬੀ, ਕੀ ਨਾਮ ਹੈ ਜੀ? ਮੇਰਾ ਨਾਮ ਲਖਵਿੰਦਰ ਕੌਰ। ਕੀ ਕहेंगे ਹੋ ਜੀ ਅੱਜ ਜਿਹੜੀ ਮੋਦੀ ਸਰਕਾਰ ਨੂੰ ਹਾਰ ਦੀ ਜਿਹੜੀ ਸਾਹਮਣਾ ਕਰਨਾ ਪਿਆ ਇਹ ਬੰਗਾਲ 'ਚ, ਕੀ ਕहेंगे ਹੋ? ਸਮਝੋ ਹਾਰ ਗਿਆ ਵਾ ਤੇ ਕਿਸਾਨਾਂ ਦੇ ਥੱਲੇ ਲੱਗ ਗਿਆ ਵਾ। ਹੁਣ ਕਿਸਾਨਾਂ ਦਾ ਹੱਥ ਉੱਤੇ ਆ, ਇਹ ਹੁਣ ਜਿੱਤ ਕੇ ਨਹੀਂ ਵਿਖਾਊਗਾ, ਕਿਸਾਨ ਪਿੱਛੇ ਨਹੀਂ ਹਟਣਗੇ। ਜੀ ਜੀ ਹਾਂਜੀ ਧੰਨਵਾਦ ਜੀ। ਹਾਂਜੀ, ਇਹ ਸਨ ਸਾਡੀਆਂ ਬੀਬੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਹੱਕ ਲਏ ਬਗੈਰ ਵਾਪਸ ਨਹੀਂ ਜਾਣਗੇ। ਮੋਦੀ ਸਰਕਾਰ ਆ ਜਿਹੜੀ, ਉਹਦਾ ਹੰਕਾਰ ਆ ਜਿਹੜਾ ਅੱਜ ਉਹ ਬੰਗਾਲ ਦੇ ਵਿੱਚ ਟੁੱਟ ਚੁੱਕਿਆ ਹੈ। ਇਸ ਤੋਂ ਉਹਨੂੰ ਸੇਧ ਲੈਣੀ ਚਾਹੀਦੀ ਆ ਤੇ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਨ ਲੈਣੀਆਂ ਚਾਹੀਦੀਆਂ ਨੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ ਦਿੱਲੀ।